ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਪਿਤਾ ਜਨਮ ਜਿਮ ਪੂਤ ਨ ਪਾਵੈ, ਕਹਾਂ ਤਵਣ ਕਾ ਭੇਦ ਬਤਾਵੈ। ਕਹਾਂ ਲਗ ਏ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਨੈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਰਹਿ ਮਾਹ ਮਾਝ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਤੇਨ ਦੁਧੈ ਤੇ ਵਾਰੀ, ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਹ ਨ ਮਿਲਿਐ ਸਾਜਨੈ, ਕਤ ਪਾਈਐ ਵਿਸ਼ਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭਾਠ ਨਗਰ ਸੇਗ ਰਾਮ। ਸਰਬ ਸਿਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨੇਚਲ ਧਾਮ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਈਅਲ ਪੂਰਿਆ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸੋ ਅੱਜ ਚੇਤ ਦੇ ਮਹੀਨੇ ਦਾ ਆਗਾਜ਼ ਹੋਇਆ ਹੈ। ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅਤੇ ਨਾਨਕਸ਼ਾਹੀ ਨਵਾਂ ਸਾਲ 554ਵਾਂ ਸ਼ੁਰੂ ਹੋਇਆ ਹੈ। ਸੋ ਆਓ ਸਤਿਗੁਰੂ ਜੀ ਦੀ ਪਾਵਨ ਬਾਣੀ 12 ਮਾਹ ਦੇ ਵਿੱਚੋਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਬਾਣੀ ਦੀਆਂ 14 ਪੌੜੀਆਂ ਹਨ, ਜਿਹਦੇ ਵਿੱਚ ਪ੍ਰਥਮ ਬਾਣੀ ਦੀ ਆਰੰਭਤਾ ਤੇ ਮੰਗਲਾਚਰਨ ਹੈ ਔਰ ਇੱਕ ਸਮਾਪਤੀ ਦੀ ਪੌੜੀ ਮੰਗਲਾਚਰਨ ਹੈ। ਵਿੱਚ 12 ਮਹੀਨਿਆਂ ਦੁਆਰਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਰਮਾਤਮਾ ਦੇ ਨਾਲ ਜੁੜਨ ਦਾ, ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਪਾਵਨ ਬਾਣੀ ਦੇ ਦੁਆਰਾ, ਮਹੀਨਿਆਂ ਦੇ ਦੁਆਰਾ ਬਖਸ਼ਿਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਸੰਸਾਰ ਦੀ ਹਰ ਇੱਕ ਚੀਜ਼ ਸਾਨੂੰ ਰੱਬ ਨਾਲ ਜੁੜਨ ਦਾ ਉਪਦੇਸ਼ ਕਰ ਰਹੀ ਹੈ, ਵਿਧੀ ਦੱਸ ਰਹੀ ਹੈ, ਢੰਗ ਦੱਸ ਰਹੀ ਹੈ। ਉਹਨਾਂ ਦੇ ਵਿੱਚੋਂ ਇਹ 12 ਮਹੀਨੇ ਵੀ ਆਉਂਦੇ ਨੇ। ਦੇਖੋ ਗੁਰਬਾਣੀ ਦੇ ਵਿੱਚ ਇੰਨੇ ਕੁ ਪ੍ਰਮਾਣ ਕੁਦਰਤ ਦੇ ਵਰਤੇ ਗਏ ਨੇ, ਗਿਣਤੀ ਨਹੀਂ ਹੈ। 12 ਮਹੀਨੇ, 7 ਵਾਰ, 6 ਰੁੱਤਾਂ, 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ, 60 ਘੜੀਆਂ, ਹਫ਼ਤਾ, ਇਸੇ ਤਰ੍ਹਾਂ ਥਿੱਤਾਂ, ਵਾਰ, ਇਹ ਸਾਰਾ ਇਹਨਾਂ ਦੁਆਰਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਫਿਰ ਜਿੰਨੇ ਵੀ ਦਿਨ, ਵਾਰ ਔਰ ਸਮੁੰਦਰ, ਬਨਸਪਤੀ, ਪਸ਼ੂ ਪੰਛੀ, ਜਾਨਵਰਾਂ ਦੇ ਦੁਆਰਾ ਵੀ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ ਹੈ ਕਿ ਨਾਮ ਜਪ। ਉਹਨਾਂ ਦੇ ਪ੍ਰਮਾਣ ਦੇ ਦੇ ਕੇ ਮਹਾਰਾਜ ਜੀ ਨੇ ਸਾਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼, ਸੰਦੇਸ਼ ਦੇਣਾ ਕੀਤਾ ਹੈ। ਵਾਹਿਗੁਰੂ ਦੀ ਭਗਤੀ ਕਰਨੀ ਕਿਉਂ ਲਾਜ਼ਮੀ ਹੈ, ਉਹ ਇੱਥੇ ਮਹਾਰਾਜ ਜੀ ਨੇ ਇਸ 12 ਮਾਹ ਦੀ ਬਾਣੀ ਦੀ ਆਰੰਭਤਾ ਦੇ ਵਿੱਚ ਪ੍ਰਮਾਣ ਵੀ ਦਿੱਤੇ ਹਨ। ਸੋ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸੋ ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰਬਾਣੀ ਦੀ ਵਿਚਾਰ ਨਾਲ ਜੁੜ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਸਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, 12 ਮਾਹ, ਮਾਝ ਮਹੱਲਾ ਪੰਜਵਾਂ, ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। 12 ਮਾਹ, 12 ਮਹੀਨੇ। ਮਾਝ ਰਾਗ ਦੇ ਵਿੱਚ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। 12 ਮਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 2 ਵਾਰੀ ਆਇਆ ਹੈ। ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ 12 ਮਾਹ ਉਚਾਰਨ ਕੀਤਾ ਹੈ।
ਮਾਝ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹਦਾ ਦੂਸਰਾ ਨੰਬਰ ਹੈ ਔਰ ਇਹਨੂੰ ਦਿਨ ਦੇ ਚੌਥੇ ਪਹਿਰ ਗਾਉਣ ਦਾ ਹੁਕਮ ਹੈ। ਬਹੁਤ ਪਿਆਰਾ ਰਾਗ ਹੈ, ਖਾਸ ਕਰਕੇ ਮਾਝੇ ਦੇ ਵਿੱਚ ਇਹ ਗਾਇਆ ਜਾਂਦਾ ਹੈ। ਪੰਚਮ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ। ਘਰ ਚੌਥਾ ਸੁਰ ਤਾਲ ਦੇ ਮੁਤਾਬਕ ਇਹਨੂੰ ਚੌਥੇ ਘਰ ਵਿੱਚ ਗਾਉਣ ਦਾ ਹੁਕਮ ਹੈ। ਜਿੰਨੇ ਵੀ ਸ਼ਬਦ ਨੇ 12 ਮਾਹ ਦੀ ਬਾਣੀ ਦੇ 14 ਪੌੜੀਆਂ ਨੇ ਨਾ, ਇਹਨਾਂ ਨੂੰ ਸੁਰ ਤਾਲ ਦੇ ਮੁਤਾਬਕ ਚੌਥੇ ਘਰ ਵਿੱਚ ਗਾਣਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ, ਜਿਸ ਤੋਂ ਸੰਸਾਰ ਬਣਦਾ ਹੈ, ਸੰਸਾਰ ਦੀ ਪਾਲਣਾ ਹੁੰਦੀ ਹੈ, ਲੈਤਾ ਹੁੰਦੀ ਹੈ। ਸੰਸਾਰ ਦੀ ਸਾਰੀ ਕਿਰਿਆ ਵਾਹਿਗੁਰੂ ਕਰਕੇ ਹੀ ਹੁੰਦੀ ਹੈ। ਵਾਹ, ਉਹ ਸਾਰਾ ਕੁਝ ਕਰਨ ਵਾਲਾ ਆਪ ਹੀ ਹੈ। ਐਸਾ ਜੋ ਨਿਰੰਕਾਰ ਵਾਹਿਗੁਰੂ ਹੈ, ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੈ। ਕੀਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਕਰਮ ਜੋ ਆਪਾਂ ਕਿਰਿਆ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀ, ਉਹਨੂੰ ਕਰਮ ਆਖਿਆ ਜਾਂਦਾ ਹੈ। ਸਾਡਾ ਵੇਖਣਾ ਵੀ ਇੱਕ ਕਰਮ ਹੈ, ਸਾਡਾ ਚੱਲਣਾ ਵੀ ਇੱਕ ਕਰਮ ਹੈ, ਸੁਣਨਾ ਵੀ ਇੱਕ ਕਰਮ ਹੈ, ਰਸਨਾ ਦੁਆਰਾ ਬੋਲਣਾ ਵੀ ਕਰਮ ਹੈ। ਹੱਥਾਂ ਨਾਲ ਕੰਮ ਕਰਨਾ, ਹੱਥਾਂ ਨਾਲ ਕੋਈ ਵੀ ਕਿਰਿਆ ਕਰਨੀ, ਉਹ ਵੀ ਕਰਮ ਹੈ। ਭਾਵ ਇਹ ਸਰੀਰ ਦੇ ਨਾਲ ਆਪਾਂ ਜਿੰਨੇ ਵੀ ਤਰ੍ਹਾਂ ਦੇ ਕਰਮ ਕਰਦੇ ਹਾਂ, ਕਿਰਿਆ ਕਰਦੇ ਹਾਂ, ਉਹਨੂੰ ਕਰਮ ਆਖਿਆ ਗਿਆ ਹੈ। ਇਹ ਕਰਮ ਜਿਹੜੇ ਨੇ ਸ਼ਾਸਤਰਾਂ ਵਿੱਚ 3 ਤਰ੍ਹਾਂ ਦੇ ਮੰਨੇ ਗਏ ਹਨ। ਸੰਚਿਤ ਕਰਮ, ਪ੍ਰਲਬਧ ਕਰਮ ਔਰ ਕਿਰਿਆਮਾਨ ਕਰਮ। ਸੰਚਿਤ ਕਰਮ ਜੋ ਆਪਾਂ ਕਰਮ ਰੋਜ਼ ਕਰੀ ਜਾ ਰਹੇ ਹਾਂ, ਉਹਨਾਂ ਦਾ ਫਲ ਇੱਕੋ ਟਾਈਮ ਨਹੀਂ ਭੁਗਤ ਸਕਦੇ। ਉਹ ਕਰਮ ਸਾਡੇ ਜਮ੍ਹਾਂ ਹੋਈ ਜਾਂਦੇ ਨੇ। ਉਹਨਾਂ ਕਰਮਾਂ ਦੇ ਵਿੱਚੋਂ ਜਿਹੜੇ ਕਰਮਾਂ ਦੀ ਅਵਧੀ ਆਪਸ ਵਿੱਚ ਬਰਾਬਰ ਫਲਦਾਇਕ ਹੁੰਦੀ ਹੈ, ਉਹਨਾਂ ਦੇ ਮੁਤਾਬਕ ਮਨੁੱਖ ਨੂੰ, ਜੀਵ ਨੂੰ ਜਨਮ ਮਿਲਦਾ ਹੈ। ਕਰਮਾਂ ਦੇ ਮੁਤਾਬਕ ਹੀ ਜੀਵ ਨੂੰ ਉਮਰ ਮਿਲਦੀ ਹੈ। ਜਿਹੜੇ ਆਪਣੇ ਕਰਮ ਨੇ ਨਾ, ਸੰਚਿਤ ਕਰਮ, ਵੇਖੋ ਵਾਹਿਗੁਰੂ ਜੀ ਦਾ ਨਿਯਮ, ਉਹਨਾਂ ਕਰਮਾਂ ਵਿੱਚੋਂ ਵਾਹਿਗੁਰੂ ਪਰਮਾਤਮਾ ਜੀ ਦੇਖ ਲੈਂਦੇ ਨੇ ਇਹ ਕਰਮ ਜਿਹੜੇ ਮਨੁੱਖ ਕਿੰਨੇ ਸਮੇਂ ਵਿੱਚ ਭੁਗਤ ਸਕਦਾ ਹੈ। ਉਹਨਾਂ ਕਰਮਾਂ ਦੇ ਨਾਲ ਸਾਡੀ ਫਿਰ ਕਿਸਮਤ ਪ੍ਰਲਬਧ ਬਣਦੀ ਹੈ, ਉਮਰ ਬਣਦੀ ਹੈ, ਉਹ ਜੀਵਨ ਮਿਲਦਾ ਹੈ। ਤੇ ਬਾਕੀ ਕਰਮ ਜਮ੍ਹਾਂ ਰਹਿ ਜਾਂਦੇ ਨੇ। ਆਪਾਂ ਨੂੰ ਨਵਾਂ ਜੀਵਨ ਮਿਲ ਗਿਆ, ਆਪਾਂ ਪਿਛਲੇ ਕੁਝ ਕਰਮਾਂ ਦੀ ਕਿਰਿਆ ਨੂੰ ਭੋਗ ਰਹੇ ਹਾਂ ਤੇ ਨਾਲ ਕਰਮ ਹੋਰ ਵੀ ਕਰੀ ਜਾ ਰਹੇ ਹਾਂ। ਸੰਚਿਤ ਕਰਮ, ਪ੍ਰਲਬਧ ਕਰਮ ਔਰ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਜੋ ਆਪਾਂ ਰੋਜ਼ ਕਰ ਰਹੇ ਹਾਂ, ਇਹਨਾਂ ਨੂੰ ਕਿਰਿਆਮਾਨ ਆਖਿਆ ਗਿਆ ਹੈ। ਸੰਚਿਤ ਜੋ ਕਈ ਜਨਮਾਂ ਦੇ ਜਮ੍ਹਾਂ ਪਏ ਨੇ, ਪ੍ਰਲਬਧ ਜੋ ਆਪਾਂ ਭੋਗ ਰਹੇ ਹਾਂ। ਅਸੀਂ ਵਾਹਿਗੁਰੂ ਤੋਂ ਕਿਉਂ ਵਿਛੜੇ ਹਾਂ, ਕਿਉਂ ਦੂਰ ਹੋਏ ਹਾਂ? ਦੂਰ ਹੋਣ ਤੋਂ ਭਾਵ ਇਹ ਨਹੀਂ ਕਿ ਰੱਬ ਕਿਤੇ 7ਵੇਂ ਅਸਮਾਨ 'ਤੇ ਰਹਿੰਦਾ ਹੈ। ਦੂਰ ਹੋਣ ਤੋਂ ਭਾਵ ਹੈ ਕਿ ਅਸੀਂ ਉਹਨੂੰ ਭੁਲਾ ਦਿੱਤਾ ਹੈ, ਵਿਸਰ ਗਏ ਹਾਂ। ਉਹਦਾ ਕਾਰਨ ਕੀ ਹੈ? ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕਰਮਾਂ ਕਰਕੇ ਵਾਹਿਗੁਰੂ ਤੋਂ ਦੂਰ ਹੋ ਗਏ ਹਾਂ।
ਕੁਝ ਕਰਮ ਐਸੇ ਕਰ ਕਰ ਬੈਠੇ ਜਿਨ੍ਹਾਂ ਕਰਕੇ ਵਾਹਿਗੁਰੂ ਤੋਂ ਦੂਰ ਹੋ ਗਏ। ਕਰਮਾਂ ਕਰਕੇ ਆਪਾਂ ਸੰਸਾਰ ਤੋਂ ਵੀ ਦੂਰ ਹੁੰਦੇ ਹਾਂ। ਜਿਵੇਂ ਆਪਾਂ ਵੇਖਦੇ ਹਾਂ, ਮਨੁੱਖ ਆਪਣੇ ਮਾਂ ਪਿਓ ਨੂੰ ਮਾੜਾ ਬੋਲਿਆ, ਬਹੁਤ ਮਾੜਾ ਬੋਲਿਆ, ਤਾਂ ਉਹਦੇ ਉਹ ਬੋਲਣ ਵਾਲੇ ਕਰਮ ਕਰਕੇ ਮਾਂ ਪਿਓ ਨਾਲੋਂ ਰਿਸ਼ਤਾ ਟੁੱਟ ਗਿਆ। ਉਹ ਕਹਿੰਦੇ ਜਾ ਦਫਾ ਹੋ, ਅਸੀਂ ਤੇਰੇ ਤੋਂ ਕੀ ਲੈਣਾ ਹੈ। ਹੁਣ ਭਾਵੇਂ ਉਸੇ ਨਗਰ ਵਿੱਚ ਹੀ ਰਹਿੰਦਾ ਹੈ, ਪਰ ਮਾਂ ਪਿਓ ਤੋਂ ਮਨ ਕਰਕੇ ਬੜਾ ਦੂਰ ਹੈ। ਘਰ ਵਿੱਚ ਕੋਈ ਫੰਕਸ਼ਨ ਰੱਖਿਆ, ਕੋਈ ਪ੍ਰੋਗਰਾਮ ਰੱਖਿਆ, ਹੋਰ ਲੋਕਾਂ ਨੂੰ ਸੱਦਿਆ ਹੈ, ਆਪਣੇ ਮਾਂ ਪਿਓ ਨੂੰ, ਆਪਣੇ ਕਿਸੇ ਭੈਣ ਭਾਈ ਨਾਲ ਵੀ ਇਹ ਗੱਲ ਹੋ ਗਈ, ਉਹਨਾਂ ਨੂੰ ਵੀ ਨਹੀਂ ਸੱਦਿਆ। ਤੇ ਕਾਰਨ ਪਤਾ ਲੱਗਾ ਵੀ ਇਹ ਗੱਲ ਹੋਈ ਸੀ ਤਾਂ ਕਰਕੇ। ਭਾਵ ਉਹ ਇੱਕ ਕਰਮ ਕਰਕੇ ਆਪਣੇ ਸਗਿਆਂ ਤੋਂ ਵੀ ਵਿਛੋੜਾ ਪੈ ਗਿਆ। ਉਹਨਾਂ ਨੂੰ ਬੰਦਾ ਭੁਲਾ ਹੀ ਦਿੰਦਾ ਹੈ। ਇਸੇ ਤਰ੍ਹਾਂ ਸਾਡੇ ਕੀਤੇ ਹੋਏ ਕਰਮਾਂ ਕਰਕੇ ਹੀ ਅਸੀਂ ਰੱਬ ਤੋਂ ਦੂਰ ਹੁੰਦੇ ਹਾਂ। ਪਰਮਾਤਮਾ ਕੋਈ ਦੂਰ ਨਹੀਂ ਹੈ, ਹੈ ਤਾਂ ਸਾਡੇ ਅੰਦਰ ਹੀ, ਪਰ ਅਸੀਂ ਉਹਦੇ ਤੋਂ ਬੜੀ ਦੂਰ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ, ਮਾਲਕ ਅਸੀਂ ਤੇਰੇ ਤੋਂ ਵਿਛੜ ਗਏ ਹਾਂ ਮਾੜੇ ਕਰਮਾਂ ਕਰਕੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ, ਸਾਨੂੰ ਆਪਣੇ ਨਾਲ ਜੋੜ ਲਵੋ। ਮਾਲਕ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਜੀ, ਬਖਸ਼ਿਸ਼ ਕਰੋ, ਸਾਡੇ ਕਰਮਾਂ ਨੂੰ ਨਾ ਚਿਤਾਰੋ। ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਲਵੋ। ਚਾਰ ਕੁੰਡ ਦੈ ਜਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਚਾਰ ਕੁੰਟ ਉੱਤਰ ਦੱਖਣ ਪੂਰਬ ਪੱਛਮ, ਚਾਰ ਹੀ ਇਹਨਾਂ ਦੇ ਕੋਣ ਹਨ। ਨੈਰਤ ਵਿਰਵਾ ਕੋਣ, ਅਗਨ ਕੋਣ, ਈਸ਼ਾਨ ਕੋਣ, ਇਹ 8 ਹੋ ਗਏ। ਪਤਾਲ ਅਤੇ ਆਕਾਸ਼ ਇਹ 10 ਹੋ ਗਏ। ਚਾਰ ਕੁੰਡ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਚਾਰੇ ਕੁੰਟਾਂ 10 ਦਿਸ਼ਾਵਾਂ, ਭਾਵ ਸਾਡੀ ਆਤਮਾ ਇਹ ਸਾਰੇ ਬ੍ਰਹਿਮੰਡ ਦਾ ਭਰਮਣ ਕਰ ਚੁੱਕੀ ਹੈ। ਆਪਾਂ ਇਹ ਸਾਰੇ ਬ੍ਰਹਿਮੰਡ ਵਿੱਚ ਭਟਕ ਚੁੱਕੇ ਹਾਂ। ਹੁਣ ਇਹ ਵਾਹਿਗੁਰੂ ਪਰਮਾਤਮਾ ਨੇ ਦੇਹੀ ਦਿੱਤੀ ਹੈ ਤੇ ਗੁਰਮੁਖ ਅਰਦਾਸ ਕਰਦੇ ਨੇ, ਮਾਲਕ ਹੁਣ ਤੇਰੀ ਸ਼ਰਨ ਵਿੱਚ ਆਏ ਹਾਂ। ਬੜੇ ਜਨਮਾਂ ਤੋਂ ਖੁਆਰ ਹੋ ਰਹੇ ਸੀ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਐਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਸਾਰੇ ਪਾਸੇ ਘੁੰਮ ਘੁੰਮ ਕੇ ਆਤਮਾ ਭਟਕ ਭਟਕ ਕੇ ਥੱਕ ਗਈ। ਤੇਰੀ ਸ਼ਰਨ ਆਏ ਆ, ਧੇਨ ਦੁਧੈ ਤੇ ਵਾਰੀ, ਕਿਤੈ ਨ ਆਵੈ ਕਾਮ। ਹੁਣ ਇੱਕ ਸਵਾਲ ਕੀਤਾ ਜਾਂਦਾ ਹੈ ਕਿ ਬੰਦਗੀ ਕਰਨ ਦੀ ਕੀ ਲੋੜ ਹੈ, ਭਗਤੀ ਕਰਨ ਦੀ ਕੀ ਲੋੜ ਹੈ। ਤੋ ਮਹਾਰਾਜ ਫਰਮਾਨ ਕਰਦੇ ਨੇ, ਜਿਵੇਂ ਧੇਨ ਮੈਨੇ ਗਊ, ਜੇਕਰ ਗਊ ਦੁੱਧ ਨਾ ਦੇਵੇ ਤੇ ਉਹਦੇ ਤੋਂ ਫਿਰ ਕੀ ਲਾਭ ਹੈ। ਗਊ ਦੇ ਨਾਲ ਨਾ ਤਾਂ ਹਲ ਜੋਤਿਆ ਜਾਂਦਾ, ਨਾ ਰੇੜੇ ਆਦਿਕ ਤੇ ਵਜਨ ਵੀ ਨਹੀਂ ਢੋਇਆ ਜਾਂਦਾ, ਉਹ ਬੈਲਾਂ ਦਾ ਹੀ ਕੰਮ ਹੈ। ਗਊ ਦਾ ਕੰਮ, ਗਊ ਦਾ ਮੁੱਲ, ਗਊ ਦੀ ਕਦਰ ਕਿਉਂ ਹੈ? ਕਿਉਂਕਿ ਉਹ ਦੁੱਧ ਦਿੰਦੀ ਹੈ।
ਮਹਾਰਾਜ ਕਹਿੰਦੇ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਵੇਂ ਧੇਨ ਗਊ ਦੁੱਧ ਤੋਂ ਬਿਨਾ ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਗੁਰਮੁਖੋ ਭਗਤੀ ਕਰਨ ਤੋਂ ਬਿਨਾ ਇਹ ਸਾਡੀ ਦੇਹੀ ਵੀ ਕਿਸੇ ਕੰਮ ਦੀ ਨਹੀਂ ਹੈ। ਇਹ ਕਿਸੇ ਕੰਮ ਦੀ ਨਹੀਂ ਹੈ। ਮਨੁੱਖਾ ਜਨਮ ਬੇਅਰਥ ਹੈ ਜੇਕਰ ਇਹਦੇ ਨਾਲ ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਵਾਹਿਗੁਰੂ ਦਾ ਸਿਮਰਨ ਨਹੀਂ ਹੈ। ਧੇਨ ਦੁਧੈ ਤੇ ਵਾਰੀ ਕਿਤੇ ਨਾ ਆਵੇ ਕਾਮ। ਕਿਸੇ ਵੀ ਥਾਂ ਤੇ ਉਹ ਕੰਮ ਨਹੀਂ ਆਉਂਦੀ। ਜਲ ਬਿਨ ਸਾਕੁ ਮਿਲਾਵਤੀ ਉਪਜੈ ਨਾਹੀ ਦਾਮ। ਭਗਤੀ ਕਰਨੀ ਕਿਉਂ ਲਾਜ਼ਮੀ ਹੈ? ਮਹਾਰਾਜ ਦੱਸਦੇ ਨੇ ਪਹਿਲਾ ਪ੍ਰਮਾਣ ਗਊ ਦਾ ਦਿੱਤਾ। ਜਿਵੇਂ ਗਊ ਦੁੱਧ ਤੋਂ ਬਿਨਾ ਕਿਸੇ ਕੰਮ ਨਹੀਂ, ਇਸੇ ਤਰ੍ਹਾਂ ਭਗਤੀ ਤੋਂ ਬਿਨਾ ਤੇਰਾ ਇਹ ਮਨੁੱਖਾ ਤਨ ਵੀ ਕਿਸੇ ਕੰਮ ਨਹੀਂ ਹੈ। ਦੂਸਰਾ ਪ੍ਰਮਾਣ ਮਹਾਰਾਜ ਕਹਿੰਦੇ ਜਲ ਬਿਨ ਸਾਕੁ ਮਿਲਾਵਤੀ ਉਪਜੈ ਨਾਹੀ ਦਾਮ। ਜਿਵੇਂ ਪਾਣੀ ਤੋਂ ਬਿਨਾ ਬਨਸਪਤੀ ਸੁੱਕ ਜਾਂਦੀ, ਕੁਮਲਾ ਜਾਂਦੀ ਹੈ, ਉਹਦੇ ਤੋਂ ਦਮੜੇ ਪੈਦਾ ਨਹੀਂ ਹੁੰਦੇ, ਰੁਪਏ ਨਹੀਂ ਵੱਟੇ ਜਾ ਸਕਦੇ। ਜਦ ਫਸਲ ਸੜ ਸੁੱਕੀ ਗਈ ਪਾਣੀ ਤੋਂ ਬਿਨਾ, ਤਾਂ ਉਹਦੇ ਤੋਂ ਕੋਈ ਦਮੜੇ ਰੁਪਈਏ ਨਹੀਂ ਕਮਾਏ ਜਾ ਸਕਦੇ। ਇਸੇ ਤਰ੍ਹਾਂ ਗੁਰਮੁਖੋ ਬੰਦਗੀ ਦੇ ਨਾਮ ਜਲ ਤੋਂ ਬਿਨਾ ਇਹ ਸਾਡਾ ਸਰੀਰ ਵੀ ਜੀਵਨ ਵੀ ਸੁੱਕ ਜਾਂਦਾ ਹੈ। ਜਿਵੇਂ ਬਾਬਾ ਫਰੀਦ ਜੀ ਦੇ ਬਚਨ ਆਉਂਦੇ ਹਨ, ਫਰੀਦਾ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਪਤਾ ਨਹੀਂ ਕਿੰਨੇ ਕੁ ਜੀਵਨ ਸੁੱਕ ਗਏ, ਕਮਲਾ ਗਏ ਨਾਮ ਤੋਂ ਬਿਨਾ। ਜਲ ਬਿਨ ਸਾਖ ਕੁਮਲਾਵਤੀ। ਜਿਵੇਂ ਪਾਣੀ ਤੋਂ ਬਿਨਾ ਸ਼ਾਖਾਵਾਂ ਕੁਮਲਾ ਜਾਂਦੀਆਂ ਹਨ। ਉਪਜੈ ਨਾਹੀ ਦਾਮ। ਦਮੜੇ ਨਹੀਂ, ਪੈਸੇ ਨਹੀਂ ਵੱਟੇ ਜਾ ਸਕਦੇ। ਇਸੇ ਤਰ੍ਹਾਂ ਗੁਰਮੁਖੋ ਇਸ ਦੇਹੀ ਦੇ ਨਾਲ ਜੇ ਆਪਾਂ ਬੰਦਗੀ ਨਾ ਕੀਤੀ, ਸਾਨੂੰ ਵੀ ਅੱਗੇ ਇਹਦਾ ਕੁਝ ਵੀ ਪ੍ਰਾਪਤ ਨਹੀਂ ਹੋਣਾ। ਜਿਵੇਂ ਸੁੱਕੀ ਹੋਈ ਫਸਲ ਸੜ ਗਈ, ਫਸਲ ਫਲ ਤੋਂ ਵਿਉਣੀ, ਮੰਡੀ ਵਿੱਚ ਲੈ ਕੇ ਜਾਓ, ਕੀ ਮਿਲੇਗਾ? ਕੁਝ ਵੀ ਨਹੀਂ ਮਿਲੇਗਾ। ਸੁੱਕੀ ਹੋਈ ਬਨਸਪਤੀ ਨੂੰ ਵੱਢ ਕੇ ਲੈ ਜਾਓ ਜੀ, ਇਹ ਕਣਕ ਦੇ ਬੂਟੇ ਨੇ, ਉਹ ਆਖਣਗੇ ਕਣਕ ਤਾਂ ਹੈ ਹੀ ਨਹੀਂ, ਇਹਨਾਂ ਨਾਲ ਕੁਝ ਹੈ ਹੀ ਨਹੀਂ, ਕੀ ਕਰੀਏ ਇਹਨਾਂ ਦਾ। ਇਸੇ ਤਰ੍ਹਾਂ ਇਹ ਦੇਹੀ ਵੀ ਕਿਸੇ ਕੰਮ ਨਹੀਂ ਹੈ। ਹਰ ਨਹਾ ਨ ਮਿਲੀਐ ਸਾਜਣੈ ਕਤ ਪਾਈਐ ਵਿਸ਼ਰਾਮ। ਹਰ ਨਹਾ, ਨਹਾ ਨਾਮ ਹੈ ਖਸਮ ਦਾ, ਮਾਲਕ ਦਾ। ਹਰ ਨਹਾ ਨਾ ਮਿਲੀਐ ਸਾਜਣੈ। ਉਸ ਸੱਜਣ ਵਾਹਿਗੁਰੂ ਨੂੰ ਨਾ ਮਿਲਿਆ ਗਿਆ। ਕਤ ਪਾਈਐ ਵਿਸ਼ਰਾਮ। ਇਹ ਜੀਵ ਨੂੰ ਕਿੱਥੇ ਥਾਂ ਮਿਲੇਗੀ, ਕਿੱਥੇ ਵਿਸ਼ਰਾਮ ਕਰੇਗਾ? ਭਾਵ ਆਤਮਾ ਭਟਕਦੀ ਰਹੇਗੀ, ਖੁਆਰ ਹੁੰਦੀ ਰਹੇਗੀ। ਆਪਾਂ ਨੂੰ ਹੁਣ ਕੋਈ ਇਹ ਕਥਾ ਆਪਾਂ ਸੁਣਦੇ ਕਰਦੇ ਪਏ ਆ ਨਾ, ਹੁਣ ਸੌਖੀ ਜੀ ਗੱਲ ਲੱਗਦੀ ਪਈ ਹੈ। ਪਰ ਜਦੋਂ ਆਤਮਾ ਭਟਕਦੀ ਹੈ ਨਾ ਸਰੀਰ ਤੋਂ ਬਿਨਾ, ਉਸ ਸਮੇਂ ਫਿਰ ਪਤਾ ਲੱਗਦਾ ਕੀ ਦੁੱਖ ਹੁੰਦਾ ਹੈ। ਜਿਵੇਂ ਕਿਸੇ ਮਨੁੱਖ ਨੂੰ ਤੁਸੀਂ ਜੇਲ੍ਹ ਬਾਰੇ ਕਹੋ, ਜੇਲ੍ਹ ਬਾਰੇ ਕੁਝ ਵੀ ਲੈਕਚਰ ਕੀਤਾ ਜਾਵੇ ਵੀ ਜੇਲ੍ਹ ਦੀ ਵਿੱਚ ਬੜੀ ਦੁਰਦਸ਼ਾ ਹੁੰਦੀ ਹੈ, ਕੈਦੀਆਂ ਦੀ ਬੜਾ ਬੁਰਾ ਹਾਲ ਹੁੰਦਾ ਹੈ। ਲੈਕਚਰ ਕਰਨਾ ਕੁਝ ਹੋਰ ਗੱਲ ਹੈ, ਪਰ ਉਸ ਚੀਜ਼ ਨੂੰ ਹੰਡਾਉਂਦਾ ਜਦੋਂ ਜੀਵ, ਫਿਰ ਪਤਾ ਲੱਗਦਾ ਵੀ ਮੈਂ ਸੁਣਿਆ ਸੀ ਜੇਲ੍ਹ ਬਾਰੇ ਇੱਦਾਂ। ਇਹ ਤਾਂ ਬੜਾ ਔਖਾ ਕੰਮ ਹੈ, ਜੇਲ੍ਹ ਦੇ ਵਿੱਚ ਬੰਦ ਰਹਿਣਾ। ਨਾ ਕਿਤੇ ਜਾ ਸਕਦਾ, ਨਾ ਕਿਤੇ ਆ ਸਕਦਾ, ਨਾ ਆਪਣੀ ਮਰਜ਼ੀ ਨਾਲ ਬੈਠ ਸਕਦਾ, ਨਾ ਸੌਂ ਸਕਦਾ, ਨਾ ਖਾ ਸਕਦਾ, ਨਾ ਪੀ ਸਕਦਾ ਹੈ। ਹੁਣ ਆਪਣੀ ਮਰਜ਼ੀ ਹੈ ਨਾ, ਵੇਖੋ ਆਪਾਂ ਜੋ ਮਰਜ਼ੀ ਦਿਲ ਕਰੇ ਖਾ ਲਵੋ, ਪਾ ਲਵੋ। ਦਿਲ ਕੰਮ ਨੂੰ ਨਹੀਂ ਕਰਦਾ ਤੇ ਬੰਦਾ ਸੌਂ ਜਾਂਦਾ ਹੈ, ਆਰਾਮ ਕਰ ਲੈਂਦਾ ਹੈ। ਪਰ ਜਦੋਂ ਜੇਲ੍ਹ ਵਿੱਚ ਬੰਦ ਹੋ ਗਿਆ, ਫਿਰ ਤੇ ਉਹਨਾਂ ਦੇ ਮੁਤਾਬਕ ਚੱਲਣਾ ਪਵੇਗਾ। ਹੁਣ ਆਪਾਂ ਜੋ ਮਰਜ਼ੀ ਕਰ ਲਈਏ, ਜਦੋਂ ਇਹ ਸਰੀਰ ਨਾ ਰਿਹਾ ਫਿਰ ਆਤਮਾ ਨੂੰ ਬੜੀ ਖੁਆਰੀ ਹੋਵੇਗੀ।
ਫਿਰ ਆਤਮਾ ਬੜੀ ਭਟਕੇਗੀ। ਫਿਰ ਉਦੋਂ ਇਹਦੇ ਕੋਲ ਮੌਕਾ ਨਹੀਂ ਹੁੰਦਾ, ਉਦੋਂ ਸਰੀਰ ਵੀ ਨਹੀਂ ਹੁੰਦਾ, ਮੌਕਾ ਵੀ ਨਹੀਂ ਹੁੰਦਾ। ਉਸ ਸਮੇਂ ਫਿਰ ਆਤਮਾ ਦੁਖੀ ਹੁੰਦੀ ਹੈ ਕਿ ਮੈਂ ਉਸ ਸਮੇਂ ਨਾਮ ਕਿਉਂ ਨਹੀਂ ਜਪਿਆ। ਜਿਵੇਂ ਜੇਲ੍ਹ ਵਿੱਚ ਬੈਠਾ ਹੋਇਆ ਕੈਦੀ ਸੋਚਦਾ ਹੈ, ਉਦੋਂ ਮੈਂ ਇਹ ਮਾੜਾ ਕਰਮ ਨਾ ਕਰਦਾ ਤੇ ਇਹ ਜੇਲ੍ਹ ਵਿੱਚ ਨਾ ਬੰਦ ਹੁੰਦਾ। ਪਰ ਹੁਣ ਤਾਂ ਸਮਾਂ ਲੰਘ ਚੁੱਕਿਆ, ਹੁਣ ਤਾਂ ਬੰਦ ਹੈ ਜੇਲ੍ਹ ਦੇ ਵਿੱਚ। ਇਸੇ ਤਰ੍ਹਾਂ ਗੁਰਮੁਖੋ, ਇਹ ਆਤਮਾ ਉਦੋਂ ਸੋਚਦੀ ਹੈ ਪਰ ਉਦੋਂ ਬੰਦਗੀ ਕਰ ਨਹੀਂ ਸਕਦੀ, ਨਾਮ ਜਪ ਨਹੀਂ ਸਕਦੀ। ਤੋ ਮਹਾਰਾਜ ਫਰਮਾਨ ਕਰਦੇ ਨੇ, ਹਰ ਨਾਹਾ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸ਼ਰਾਮ। ਵਿਸ਼ਰਾਮ ਕਿੱਥੇ ਕੀਤਾ ਜਾਵੇ, ਕਿਉਂਕਿ ਵਿਸ਼ਰਾਮ ਵਾਸਤੇ ਕੋਈ ਜਗ੍ਹਾ ਤੇ ਬਣਾਈ ਨਹੀਂ, ਰਹਿਣਾ ਕਿੱਥੇ ਹੈ। ਤੋ ਮਹਾਰਾਜ ਫਰਮਾਨ ਕਰ ਰਹੇ ਨੇ, ਜਿਤ ਘਰ ਹਰ ਕੰਤ ਨ ਪ੍ਰਗਟਈ, ਭਾਟ ਨਗਰ ਸੇਗਰਾਮ। ਜਿਸ ਸਰੀਰ ਰੂਪੀ ਨਗਰ ਘਰ ਦੇ ਵਿੱਚ ਵਾਹਿਗੁਰੂ ਪ੍ਰਗਟ ਨਹੀਂ ਹੋਇਆ, ਉਹ ਇਸ ਤਰ੍ਹਾਂ ਹੈ ਜਿਵੇਂ ਭੱਠਾ ਤਪਦਾ ਹੈ ਨਾ, ਜਿੱਥੇ ਭੱਠਾ ਲੱਗਦਾ ਉਹ ਧਰਤੀ ਸੜ ਸੜ ਕੇ ਮਨੂਰ ਹੋ ਜਾਂਦੀ ਹੈ, ਜਿੱਥੇ ਆਵੇ ਲੱਗਦੇ ਇੱਟਾਂ ਪਾਈਆਂ ਪਕਾਈਆਂ ਜਾਂਦੀਆਂ ਨੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਮਨੁੱਖ ਦਾ ਇਹ ਸਰੀਰ ਰੂਪੀ ਨਗਰ, ਇਹ ਦੇਹੀ ਰੂਪੀ ਨਗਰ ਪਿੰਡ, ਇਹ ਵੀ ਜਿਹੜਾ ਹੈ ਮਹਾਰਾਜ ਕਹਿੰਦੇ ਤਪਦਾ ਹੀ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਤਪਨ ਤੋਂ ਭਾਵ ਹੈ ਦੁਖੀ ਰਹਿਣਾ, ਹਰ ਸਮੇਂ ਕਲਪਿਆ ਹੀ ਰਹਿੰਦਾ ਹੈ, ਟੈਨਸ਼ਨ ਦੇ ਵਿੱਚ, ਚਿੰਤਾ ਦੇ ਵਿੱਚ ਰਹਿੰਦਾ ਹੈ। ਜਿਤ ਘਰ ਹਰ ਕੰਤ ਨ ਪ੍ਰਗਟਈ, ਭਾਟ ਨਗਰ ਸੇਗਰਾਮ। ਸਰਵ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਹੁਣ ਦੇਖੋ, ਪਹਿਲਾ ਪ੍ਰਮਾਣ ਮਹਾਰਾਜ ਜੀ ਨੇ ਇੱਥੇ ਦਿੱਤਾ ਸੀ ਆਪਾਂ ਨੂੰ ਗਊ ਦਾ, ਦੂਸਰਾ ਦਿੱਤਾ ਸੀ ਬਨਾਸਪਤੀ ਦਾ, ਤੀਸਰਾ ਪ੍ਰਮਾਣ ਦਿੱਤਾ ਮਹਾਰਾਜ ਜੀ ਨੇ ਖਸਮ ਮਾਲਕ ਪਤੀ ਤੋਂ ਬਿਨਾਂ, ਤੇ ਚੌਥਾ ਮਹਾਰਾਜ ਕਹਿੰਦੇ ਜੀਵ ਦੇ ਕੋਲ ਕਿੰਨੇ ਵੀ ਪਦਾਰਥ ਹੋਣ, ਪਦਾਰਥਾਂ ਨਾਲ ਘਰ ਭਰਿਆ ਹੋਵੇ, ਵਧੀਆ ਤੋਂ ਵਧੀਆ ਵਸਤਰ ਪਾਉਣ ਨੂੰ ਹੋਣ, ਪਰ ਉਹ ਸਭ ਦੁੱਖ ਰੂਪ ਹੀ ਹਨ। ਉਹ ਜਿਹੜੀ ਖਾਮੀ ਹੈ, ਕਮੀ ਹੈ, ਉਹ ਖਾਮੀਆਂ ਨਾਲ ਹੀ ਭਰੇ ਹੋਏ ਨੇ, ਉਹ ਸਾਨੂੰ ਸੁੱਖ ਆਨੰਦ ਨਹੀਂ ਦੇ ਸਕਦੇ। ਤੇ ਮਨੁੱਖ ਦੇ ਅੰਦਰ ਜਿਹੜੀ ਅਧਿਆਤਮਕ ਦੀ ਕਮੀ ਹੈ, ਉਹ ਪੂਰੀ ਨਹੀਂ ਹੁੰਦੀ। ਸਰਬ ਸਿਗਾਰ ਤੰਬੋਲ ਰਸ ਸਣ ਦੇਈ ਸਭ ਖਾਮ। ਸਭ ਤਰ੍ਹਾਂ ਦੇ ਸ਼ਿੰਗਾਰ, ਤੰਬੋਲ, ਪਾਨਾਂ ਦੇ ਬੀੜੇ, ਉਹਨਾਂ ਦੇ ਰਸ ਪਦਾਰਥ, ਸਣ ਦੇਈ, ਦੇਈ ਦੇ ਸਹਿਤ, ਸਾਰਾ ਕੁਝ ਹੀ ਦੁੱਖ ਰੂਪ ਹੈ, ਖਾਮੀਆਂ ਰੂਪ ਹੈ, ਕਮੀਆਂ ਨਾਲ ਭਰਿਆ ਰਹਿੰਦਾ ਹੈ, ਔਗਣਾਂ ਨਾਲ ਭਰਿਆ ਰਹਿੰਦਾ ਹੈ, ਪ੍ਰਵਾਨ ਨਹੀਂ ਹੁੰਦਾ। ਜਿਸ ਚੀਜ਼ ਦੇ ਵਿੱਚ ਖਾਮੀ ਹੈ ਨਾ, ਉਹ ਪ੍ਰਵਾਨ ਨਹੀਂ ਹੁੰਦੀ। ਸੰਸਾਰ ਦਾ ਵੀ ਇਹ ਸੁਭਾਅ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਇਹ ਜਿਨ੍ਹਾਂ ਨੂੰ ਤੂੰ ਆਪਣੇ ਮਿੱਤਰ ਸੱਜਣ ਕਹਿੰਦਾ ਹੈ, ਇਹ ਤਾਂ ਮਹਾਰਾਜ ਕਹਿੰਦੇ ਪਰਮਾਤਮਾ ਤੋਂ ਬਿਨਾਂ ਜਮ ਰੂਪ ਹਨ, ਪਰ ਆਪਾਂ ਨੂੰ ਦਿਖਾਈ ਨਹੀਂ ਦੇ ਰਹੇ। ਸਿਮਰਨ ਕਰਕੇ ਸੰਸਾਰ ਦਾ ਅਸਲੀ ਚਿਹਰਾ ਮਨੁੱਖ ਦੇ ਸਾਹਮਣੇ ਆ ਜਾਂਦਾ, ਵੀ ਅਸਲ ਵਿੱਚ ਸੰਸਾਰ ਹੈ ਕੀ ਚੀਜ਼। ਤੋ ਮਹਾਰਾਜ ਕਹਿੰਦੇ ਸੁਆਮੀ ਮਾਲਕ ਵਾਹਿਗੁਰੂ ਤੋਂ ਬਿਨਾਂ ਇਹ ਸਭ ਜਮਾਂ ਦੀ ਤਰ੍ਹਾਂ ਹਨ, ਭਾਵ ਦੁੱਖ ਦੇਣ ਵਾਲੇ ਹਨ। ਜਿਵੇਂ ਦੁਨਿਆਵੀ ਤੌਰ 'ਤੇ ਵੀ ਵੇਖੋ, ਜੇ ਤੁਹਾਡੇ ਕੋਲ ਧਨ ਨਹੀਂ ਹੈ, ਪੈਸਾ ਨਹੀਂ ਹੈ, ਗਰੀਬ ਹੋ, ਸਾਰੇ ਭੈਣ ਭਰਾ ਜਿਹੜੇ ਨੇ, ਬਹੁਤ ਗਿਣਤੀ, ਸਾਰੇ ਤਾਂ ਨਹੀਂ ਹੁੰਦੇ, ਬਹੁਤੇ, ਉਹ ਤੁਹਾਨੂੰ ਦੁੱਖ ਦੇਣ ਵਾਲੇ ਹੁੰਦੇ ਨੇ। ਉਹ ਰਿਸ਼ਤਾ ਤੋੜ ਲੈਂਦੇ ਨੇ, ਹਰ ਇੱਕ ਗੱਲ 'ਤੇ ਟੌਰਚਰ ਕਰਦੇ ਨੇ, ਕਿਸੇ ਨਾ ਕਿਸੇ ਗੱਲ 'ਤੇ।
ਕਿਤੇ ਤੁਹਾਨੂੰ ਨੀਵਾਂ ਦਿਖਾਉਣ ਦੀ ਗੱਲ ਕਰਦੇ ਨੇ, ਕਿਤੇ ਕੁਝ ਵੀ ਇਹ ਗਰੀਬ ਬੰਦਾ ਹੈ। ਜੇ ਤੁਹਾਡੇ ਕੋਲ ਧਨ ਹੁੰਦਾ, ਆਪਣੇ ਤਾਂ ਰਿਸ਼ਤੇਦਾਰ ਬਣਨੇ ਹੀ ਸੀ ਸਕੇ, ਹੋਰ ਵੀ ਨਾਲ ਬਣ ਜਾਂਦੇ ਨੇ ਵੀ ਇਹਦੇ ਬੰਦੇ ਕੋਲ ਧਨ ਬੜਾ ਹੈ। ਜੇ ਧਨ ਕੋਲ ਨਹੀਂ ਹੈ ਤਾਂ ਸਕੇ ਵੀ ਜਮਾਂ ਦੀ ਤਰ੍ਹਾਂ ਚਿੰਬੜ ਜਾਂਦੇ ਨੇ, ਦੁੱਖ ਰੂਪ ਹੋ ਜਾਂਦੇ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਹ ਸਾਰੇ ਜਿੰਨੇ ਹਨ ਇਹ ਜਮ ਰੂਪ ਹਨ। ਜੇ ਤੇਰੇ ਕੋਲ ਸਿਮਰਨ ਆ ਗਿਆ ਤਾਂ ਸਾਰਾ ਸੰਸਾਰ ਤੇਰਾ ਮਿੱਤਰ ਬਣ ਜਾਵੇਗਾ। ਪਰ ਸਵਾਮੀ ਮਾਲਕ ਤੋਂ ਬਿਨਾਂ ਇਹ ਜਮ ਰੂਪ ਦੀ ਤਰ੍ਹਾਂ ਦੁੱਖ ਦੇਣ ਵਾਲੇ ਹਨ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਇਸ ਕਰਕੇ ਗੁਰਮੁਖਾਂ ਦੀ ਇਹ ਅਰਦਾਸ ਹੁੰਦੀ ਹੈ। ਉਹ ਕੀ ਮੰਗਦੇ ਨੇ ਵਾਹਿਗੁਰੂ ਦੇ ਕੋਲੋਂ? ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਮ ਦਾ ਦਾਨ ਦੇਵੋ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਨਾਮ ਦੇ ਦੇਵੋ। ਨਾਮ ਗੁਰੂ ਦੇ ਕੋਲੋਂ ਹਰ ਕੋਈ ਨਹੀਂ ਮੰਗਦਾ। ਬਹੁਤਾਤ ਗਿਣਤੀ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਉਹ ਹੈ ਜਿਹੜੇ ਇਹ ਮੰਗਦੇ ਨੇ ਕਿ ਸਾਡਾ ਨਾਮ ਬਣ ਜਾਵੇ। ਪਦਾਰਥਾਂ ਦੀ ਮੰਗ ਕੀ ਹੈ? ਵੀ ਦੁਨੀਆ ਮੈਨੂੰ ਜਾਣੇ ਵੀ ਫਲਾਣਾ ਸਿੰਘ ਬੜਾ ਪੈਸਾ ਇਹਦੇ ਕੋਲ, ਬੜਾ ਕੁਝ ਹੈ ਇਹਦੇ ਕੋਲ। ਆਪਾਂ ਗੁਰੂ ਕੋਲੋਂ ਗੁਰੂ ਦਾ ਨਾਮ ਨਹੀਂ ਮੰਗਦੇ, ਆਪਣਾ ਨਾਮ ਮੰਗਦੇ ਹਾਂ ਵੀ ਮੈਨੂੰ ਇਹ ਕੁਝ ਦੇ ਦੇ, ਦੁਨੀਆ ਵੀ ਜਾਣੇ ਵੀ ਹਾਂ ਵੀ ਫਲਾਣਾ ਸਿੰਘ ਹੈ। ਗੁਰੂ ਕੋਲੋਂ ਮੰਗੀਏ ਰੱਬ ਦਾ ਨਾਮ, ਗੁਰੂ ਦਾ ਨਾਮ। ਤੂੰ ਆਪਣਾ ਨਾਮ ਦੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਕਿਉਂਕਿ ਗੁਰਮੁਖ ਨੂੰ ਸਮਝ ਆ ਗਈ ਜਦੋਂ ਵਾਹਿਗੁਰੂ ਦਾ ਨਾਮ ਆ ਗਿਆ ਨਾ, ਉੱਥੇ ਫਿਰ ਸਾਰਾ ਕੁਝ ਹੀ ਆ ਜਾਂਦਾ ਹੁੰਦਾ ਹੈ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ। ਹੇ ਮਾਲਕ ਵਾਹਿਗੁਰੂ ਕਿਰਪਾ ਕਰੋ, ਸਾਨੂੰ ਆਪਣੇ ਨਾਲ ਮੇਲ ਲਵੋ। ਅਸੀਂ ਰੱਬ ਤੱਕ ਨਹੀਂ ਪਹੁੰਚ ਸਕਦੇ, ਕੋਈ ਵੀ ਨਹੀਂ ਪਹੁੰਚ ਸਕਦਾ, ਭਾਵੇਂ ਕੋਈ ਕਿੰਨੀ ਵੀ ਬੰਦਗੀ ਕਰੇ। ਕੋਈ ਵੀ ਰੱਬ ਤੱਕ ਨਹੀਂ ਪਹੁੰਚ ਸਕਦਾ। ਹਾਂ, ਰੱਬ ਪਹੁੰਚਦਾ ਹੈ ਸਾਡੇ ਤਾਈਂ। ਰੱਬ ਸਾਡੇ ਕੋਲ ਆਉਂਦਾ ਹੈ, ਸਾਡੇ ਤੇ ਬਖਸ਼ਿਸ਼ ਕਰਦਾ ਹੈ। ਆਪਾਂ ਕਦੇ ਵੀ ਰੱਬ ਤੱਕ ਪਹੁੰਚ ਨਹੀਂ ਸਕਦੇ ਆਪਣੇ ਬਲ ਨਾਲ, ਕਿਸੇ ਸਾਧਨਾ ਨਾਲ। ਹਾਂ, ਉਹ ਮਾਲਕ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਫਿਰ ਉਹ ਆਪ ਮਿਲ ਪੈਂਦਾ ਹੈ ਆ ਕੇ, ਵਰਨਾ ਉਹਨੂੰ ਲੱਭਣਾ ਬੜਾ ਔਖਾ ਹੈ, ਉਹਨੂੰ ਪ੍ਰਾਪਤ ਕਰਨਾ ਬੜਾ ਔਖਾ ਹੈ। ਉਹ ਕਿਰਪਾ ਕਰ ਦੇਵੇ ਤਾਂ ਹੀ ਤੇ ਮਹਾਰਾਜ ਕਹਿੰਦੇ ਨੇ ਅੰਤ ਕਾਰਨ ਕੇਤੇ ਬਿਲ ਲਾਏ। ਵਾਹਿਗੁਰੂ ਦਾ ਅੰਤ ਲੈਣ ਵਾਸਤੇ, ਉਹਨੂੰ ਲੱਭਣ ਵਾਸਤੇ ਬੜੇ ਬਿਲਕਦੇ ਪਏ ਨੇ ਵੀ ਅਸੀਂ ਦਾਵਾ ਕਰ ਦਈਏ ਵੀ ਇੰਨੀ ਬੰਦਗੀ ਕਰਕੇ ਅਸੀਂ ਰੱਬ ਲੈ ਲਿਆ। ਇਹ ਤੇ ਫਿਰ ਕੀਮਤ ਹੋ ਗਈ। ਮਹਾਰਾਜ ਕਹਿੰਦੇ ਬੜੇ ਬਿਲਕਦੇ ਪਏ ਨੇ, ਨਹੀਂ ਮਿਲਦਾ। ਭਾਵੇਂ ਕੋਈ ਕਿੰਨੇ ਜਨਮ ਕਿੰਨੀਆਂ ਸਦੀਆਂ ਵੀ ਕਰੀ ਜਾਵੇ ਤਾਂ ਵੀ ਨਹੀਂ। ਇਹਦਾ ਭਾਵ ਇਹ ਨਹੀਂ ਬੰਦਗੀ ਨਹੀਂ ਕਰਨੀ, ਬੰਦਗੀ ਕਰਨੀ ਹੈ, ਪਰ ਉਹਦੀ ਕਿਰਪਾ ਮੰਗਣੀ ਹੈ, ਉਹਦੀ ਬਖਸ਼ਿਸ਼ ਮੰਗਣੀ ਹੈ। ਉਹਦੀ ਬਖਸ਼ਿਸ਼ ਦੇ ਨਾਲ ਹੀ ਉਹਦਾ ਮਿਲਾਪ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮਾਲਕ ਕਿਰਪਾ ਕਰ, ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਜਿਹਦਾ ਨੇਚਲ ਧਾਮ ਹੈ, ਧਾਮ ਮੈਨੇ ਘਰ, ਵਾਹਿਗੁਰੂ ਦਾ ਜਿਹੜਾ ਟਿਕਾਣਾ ਹੈ ਉਹ ਸਦਾ ਰਹਿਣ ਵਾਲਾ ਹੈ। ਬੰਦੇ ਨੇ ਤੇ ਜਿੰਨੇ ਵੀ ਘਰ ਬਣਾਏ ਨੇ, ਜਦੋਂ ਦੀ ਦੁਨੀਆ ਬਣੀ ਹੈ ਉਹ ਮਿਟ ਗਏ, ਨਵੇਂ ਬਣ ਗਏ, ਫਿਰ ਮਿਟ ਗਏ, ਫਿਰ ਨਵੇਂ ਬਣ ਗਏ। ਇਹ ਚੱਲਦਾ ਰਹਿੰਦਾ ਸੰਸਾਰ ਦੇ ਵਿੱਚ। ਵਾਹਿਗੁਰੂ ਪਰਮਾਤਮਾ ਦਾ ਘਰ ਸਦੀਵੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਉਸ ਘਰ ਦੀ ਮੰਗ ਗੁਰਮੁਖ ਕਰਦਾ ਹੈ। ਕਿਰਪਾ ਕਰੋ ਆਪਣੇ ਘਰ ਵਿੱਚ ਸਾਨੂੰ ਥਾਂ ਦਿਓ। ਭਾਈ ਸ਼ਮੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ। ਕਰਮਾਂ ਵਾਲਾ ਸੀ ਤੇ ਉਹਨੇ ਬੇਨਤੀ ਕੀਤੀ। ਮਹਾਰਾਜ ਇੱਕ ਦਿਨ ਪ੍ਰਸੰਨ ਹੋਏ, ਕਹਿੰਦੇ ਭਾਈ ਸ਼ਮੀਰ ਮੰਗ, ਕੀ ਚਾਹੀਦਾ ਹੈ?
ਬਖਸ਼ਿਸ਼ ਦੇ ਘਰ ਵਿੱਚ ਆਏ ਮਹਾਰਾਜ। ਤੇ ਭਾਈ ਸ਼ਮੀਰ ਕਹਿੰਦਾ ਮਹਾਰਾਜ ਬਸ ਕਿਰਪਾ ਕਰੋ, ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਪਤਾ ਲੱਗ ਗਿਆ ਨਾ ਸੰਗਤ ਕਰਕੇ ਗੁਰੂ ਦੀ ਵੀ ਇਹ ਦੁਨੀਆ ਸਥਿਰ ਨਹੀਂ ਹੈ, ਨੇਚਲ ਘਰ ਹੈ ਗੁਰੂ ਦੇ ਚਰਨਾਂ ਦਾ ਟਿਕਾਣਾ, ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਘਰ। ਮਹਾਰਾਜ ਆਪਣੇ ਉਸ ਘਰ ਦੇ ਵਿੱਚ ਥਾਂ ਦੇ ਦਿਓ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਇਹਦੇ ਦੇ ਉੱਪਰ। ਤੋ ਇਸ ਤਰ੍ਹਾਂ ਗੁਰਮੁਖ ਦੀ ਇਹੀ ਮੰਗ ਹੈ, ਮਹਾਰਾਜ ਕਿਰਪਾ ਕਰੋ, ਆਪਣੇ ਨਾਲ ਮਿਲਾ ਲਵੋ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ। ਚੇਤ ਗੋਬਿੰਦ ਰਾਧੀਐ ਹੋਵੇ ਆਨੰਦ ਕਣਾ। ਇਹ ਬਸੰਤ ਰੁੱਤ ਸ਼ੁਰੂ ਹੋ ਗਈ ਅੱਜ ਤੋਂ। ਬਸੰਤ ਰੁੱਤ ਜਿਹੜੀਆਂ 6 ਰੁੱਤਾਂ ਨੇ ਨਾ, 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। 12 ਮਹੀਨਿਆਂ ਦੇ ਵਿੱਚ 6 ਰੁੱਤਾਂ ਆਉਂਦੀਆਂ ਨੇ। ਹੁਣ ਬਸੰਤ ਰੁੱਤ ਹੈ, ਫਿਰ ਅੱਗੇ ਗ੍ਰੀਖਮ ਰੁੱਤ ਆ ਜਾਣੀ ਹੈ, ਫਿਰ ਪਾਵਸ ਰੁੱਤ ਹੈ, ਸਰਦ ਰੁੱਤ ਹੈ। ਇਸ ਤਰ੍ਹਾਂ ਇਹ 6 ਰੁੱਤਾਂ ਜਿਹੜੀਆਂ ਲੜੀਵਾਰ ਵਾਰ ਆਉਂਦੀਆਂ ਹਨ। ਬਸੰਤ ਰੁੱਤ ਦੇ 2 ਮਹੀਨੇ ਨੇ, ਚੇਤ ਅਤੇ ਵਿਸਾਖ ਦਾ ਮਹੀਨਾ। ਇੱਥੇ ਮਹਾਰਾਜ ਦੇਖੋ ਇਹਦਾ ਨਾਮ ਚੇਤ ਕਿਉਂ ਰੱਖਿਆ? ਬੜੀ ਡੂੰਘੀ ਸੈਂਸ ਹੈ ਗੁਰਬਾਣੀ ਦੇ ਵਿੱਚ, ਬਹੁਤ ਡੂੰਘਾ ਰਮਜ਼ਾਨ ਹੈ। ਤੁਸੀਂ ਵੇਖੋ ਸਰਦੀ ਦੇ ਕੱਕਰ ਪਾਲੇ ਤੋਂ ਨਿਜਾਤ ਮਿਲਦੀ ਹੈ। ਕੇਵਲ ਬੰਦਿਆਂ ਨੂੰ ਹੀ ਨਹੀਂ, ਸਾਰੀ ਬਨਸਪਤੀ ਨੂੰ, ਪਸ਼ੂ ਪੰਛੀ ਜਾਨਵਰਾਂ ਨੂੰ। ਕੱਕਰ ਦੇ ਨਾਲ ਦਰਖਤਾਂ ਦੇ ਪੱਤੇ ਝੜ ਜਾਂਦੇ ਨੇ, ਫਲ ਝੜ ਜਾਂਦੇ ਨੇ, ਫਸਲਾਂ। ਜਦੋਂ ਬੜਾ ਕੋਹਰਾ ਪੈਂਦਾ ਨਾ ਤੇ ਉਦੋਂ ਸਬਜ਼ੀਆਂ ਵੀ ਘਟ ਜਾਂਦੀਆਂ ਨੇ, ਬੜਾ ਅਸਰ ਹੁੰਦਾ ਹੈ। ਬਸੰਤ ਰੁੱਤ ਦੇ ਆਉਣ ਨਾਲ ਸਾਰਾ ਕੁਝ ਪ੍ਰਫੁੱਲਤ ਹੁੰਦਾ ਹੈ। ਤੇ ਇੱਕ ਤੁਸੀਂ ਵੇਖਣਾ, ਇਹਨਾਂ 2 ਮਹੀਨਿਆਂ ਵਿੱਚ ਸਾਡਾ ਸਰੀਰ ਵੀ ਕੱਚਾ ਪੱਕਾ ਜਿਹਾ ਹੋ ਜਾਂਦਾ ਹੈ। ਇਹਦਾ ਅਸਰ ਸਾਡੀ ਬੋਡੀ 'ਤੇ ਵੀ ਹੁੰਦਾ ਹੈ, ਸਰੀਰ 'ਤੇ ਵੀ ਹੁੰਦਾ ਹੈ। ਰੁੱਤ ਦਾ ਸਰੀਰ ਦੇ ਵਿੱਚ ਵੀ ਕੁਝ ਤਬਦੀਲੀਆਂ ਹੁੰਦੀਆਂ ਨੇ ਇਸ ਰੁੱਤ ਦੇ ਵਿੱਚ, ਔਰ ਮਨ ਦੇ ਵਿੱਚ ਵੀ ਇੱਕ ਨਵਾਂ ਤਰ੍ਹਾਂ ਦੇ ਸੰਕਲਪ ਵਿਕਲਪ ਪੈਦਾ ਹੁੰਦੇ ਨੇ। ਸਾਰਾ ਕੁਝ ਚੇਂਜ ਹੁੰਦਾ ਹੈ ਕੁਦਰਤ ਦੇ ਨਾਲ। ਤੇ ਇਹ ਸਾਡਾ ਸਰੀਰ ਵੀ ਤਾਂ ਮਟੀਰੀਅਲ ਤੋਂ ਬਣਿਆ ਹੈ, ਇਸ ਕਰਕੇ ਸਾਰੇ ਕੁਝ 'ਤੇ ਅਸਰ ਹੁੰਦਾ ਹੈ। ਤੇ ਤੁਸੀਂ ਦੇਖਣਾ ਇਹ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਗੱਲ। ਜਿਹੜੀ ਸਕੂਲਾਂ ਦੀ ਪੜ੍ਹਾਈ ਹੈ ਨਾ, ਉਹ ਵੀ ਇਹਨਾਂ ਮਹੀਨਿਆਂ ਵਿੱਚ ਹੀ ਸ਼ੁਰੂ ਹੁੰਦੀ ਹੈ। ਨਵੀਨਤਾ ਨੂੰ ਥਾਂ ਦਿੱਤੀ ਜਾਂਦੀ, ਨਵੀਆਂ ਚੀਜ਼ਾਂ, ਨਵਾਂ ਕੁਝ ਇਹ ਇਹਨਾਂ 2 ਮਹੀਨਿਆਂ ਵਿੱਚ ਆਮ ਕਰਕੇ ਸ਼ੁਰੂ ਹੁੰਦਾ ਹੈ। ਕਲਾਸਾਂ ਵੀ, ਬੱਚਿਆਂ ਦੀ ਪੜ੍ਹਾਈ ਵੀ ਹੁਣ ਅੱਗੇ ਅਪ੍ਰੈਲ ਮਾਰਚ ਤੋਂ ਬਾਅਦ ਕਈ ਥਾਵਾਂ 'ਤੇ ਮਾਰਚ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ। ਮਾਰਚ ਔਰ ਅਪ੍ਰੈਲ ਦੇ ਵਿੱਚ ਇਹ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ। ਸਾਰਾ ਕੁਝ ਕੁਦਰਤ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਚੇਂਜ ਆਉਂਦਾ ਹੈ। ਤੋ ਮਹਾਰਾਜ ਕਹਿੰਦੇ ਤੂੰ ਵੀ ਇੱਕ ਨਵਾਂ ਸੰਕਲਪ ਲੈ ਕੇ ਚੱਲ। ਅੱਜ ਤੋਂ ਵਾਹਿਗੁਰੂ ਦੀ ਬੰਦਗੀ ਕਰ। ਪਿਛਲਾ ਸਮਾਂ ਲੰਘ ਗਿਆ ਜਿਵੇਂ ਲੰਘ ਗਿਆ, ਹੁਣ ਤੂੰ ਵੀ ਇੱਕ ਕੰਮ ਕਰ, ਵਾਹਿਗੁਰੂ ਨੂੰ ਚੇਤੇ ਕਰ। ਕਿਉਂਕਿ ਸਾਰਾ ਕੁਝ ਚੇਂਜ ਹੋ ਰਿਹਾ, ਨਵੀਨਤਾ ਆ ਰਹੀ, ਤੇ ਤੂੰ ਨਵਾਂ ਕੰਮ ਕਰ, ਵਾਹਿਗੁਰੂ ਨੂੰ ਚੇਤੇ ਕਰ। ਸਵਾਲ ਹੈ ਵਾਹਿਗੁਰੂ ਨੂੰ ਜਪਣ ਦੀ ਕੀ ਲੋੜ ਹੈ? ਤੇ ਇਹਦਾ ਜਵਾਬ ਪਹਿਲਾਂ ਤਾਂ ਮੋਟਾ ਜਿਹਾ ਇਹ ਹੈ, ਆਪਾਂ ਨੂੰ ਪੈਸਾ ਕਮਾਉਣ ਦੀ ਕੀ ਲੋੜ ਹੈ? ਸਾਰਿਆਂ ਨੂੰ ਪਤਾ ਨਾ ਪੈਸਾ ਕਿਉਂ ਕਮਾਉਣਾ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਪੈਸੇ ਦੇ ਨਾਲ ਸਾਨੂੰ ਸੁੱਖ ਮਿਲਣਗੇ, ਪਦਾਰਥ ਮਿਲਣਗੇ। ਕਦੇ ਕੋਈ ਬੰਦਾ ਕਹਿੰਦਾ ਵੀ ਜੇ ਪੈਸਾ ਮੈਂ ਨਹੀਂ ਕਮਾਉਂਦਾ ਪੈਸਾ। ਹਰ ਇੱਕ ਬੰਦਾ ਪੈਸਾ ਕਮਾਉਣਾ ਚਾਹੁੰਦਾ, ਬਲਕਿ ਬੰਦਾ ਇੱਥੋਂ ਛੱਡ ਕੇ ਬਾਹਰ ਵੀ ਚਲਾ ਜਾਂਦਾ ਹੈ, ਕਿਤੇ ਕੁਝ ਕਰਦਾ, ਕਿਤੇ ਕੁਝ ਕਰਦਾ, ਕਿਉਂਕਿ ਪੈਸੇ ਦੀ ਵੈਲਿਊ ਪਤਾ ਲੱਗ ਗਈ। ਨਾਮ ਇਦੋਂ ਵੀ ਜ਼ਿਆਦਾ ਜ਼ਰੂਰੀ, ਪਰ ਸਾਨੂੰ ਨਾਮ ਦੀ ਵੈਲਿਊ ਦਾ ਪਤਾ ਨਹੀਂ ਲੱਗਾ ਵੀ ਨਾਮ ਜਪਣਾ ਜ਼ਰੂਰੀ ਕਿਉਂ ਹੈ। ਪੈਸਾ ਆਪਾਂ ਸਰੀਰ ਵਾਸਤੇ ਕਮਾ ਰਹੇ ਹਾਂ, ਨਾਮ ਆਪਾਂ ਆਤਮਾ ਵਾਸਤੇ ਜਪਣਾ ਹੈ। ਸਰੀਰ ਦਾ ਪੰਧ ਤਾਂ ਥੋੜ੍ਹਾ ਜਿਹਾ ਹੀ ਹੈ, ਪਰ ਆਤਮਾ ਦਾ ਪੰਧ ਅੱਗੇ ਬੜਾ ਲੰਮਾ ਹੈ। ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਆਪਾਂ ਇੱਥੋਂ ਦਿੱਲੀ ਜਾਣਾ ਹੋਵੇ ਜਾਂ ਉਦੋਂ ਵੀ ਅੱਗੇ ਕਿਤੇ ਜਾਣਾ ਹੋਵੇ,
5-7 दिन ला के आने होण ते पैसा पल्ले बन लैने आ भी इन्ना लम्मा पिंड है, उत्थे पैसा मुक गया की करांगे। जिस तरह का इलाका उस तरह के कपड़ियां का अरेंजमेंट कर लेंदे आ, तैयारी करके चलते हैं, क्योंकि पता है उत्थे की जाके वेखांगे, फिर किहनूं बुलावांगे कि तूं मंगदे फिरांगे। तो महाराज कहते ये भी गल याद रख, शरीर नूं छड्ड के आत्मा ने भी जाना है। ਉਹਦੇ वास्ते की कीता है, जे मार के गनी जाए ना कोसा, हर का नाम उहाँ संग तोसा। तो महाराज फरमान करते ने वाहिगुरू नूं चेते कर। चेत तो भाव यही है चेते कर। चेत का महीना आया है, चेत गोविंद आराधिए होवे आनंद घना। जिन्नी संसार विच बंदा अजे कई बार आपां वेखदे हां मेहनत करे, सही मेहनत का मुल नहीं मिलता, पर ऐसा भी नहीं है संसार विच तुसीं मेहनत करो, तुहानूं कमाई करो, तुहानूं पैसा ना मिले। हुंदा है पैसा मिलता है बड़ा, जिन्नी कोई ज़्यादा मेहनत करे उन्ना पैसा, उन्ने ज़्यादा सुख, उन्नियां घर दे विच सुविधावां जिहड़ियां ने हाज़र हो जांदियां ने। इसे तरह महाराज कहते वाहिगुरू नूं जिन्ना चेता करेगा तेनों आनंद मिलेगा। रब नूं आपां रब करके नहीं चेते करना, आपां आनंद लैण वास्ते उन्होंने चेते करना है। चेत गोविंद आराधिए होवे आनंद घना। घना गिणिया नहीं जा सकता, मिणिया नहीं जा सकता, तोलिया नहीं जा सकता। संत जना मिल पाई है रसना नाम पढ़ा। ये नाम मिलता कित्थों है? नाम जपण का सुभाव किवें बनता है? महाराज कहते संतां दी संगत विचों। संत जना मिल पाई है रसना नाम पढ़ा। वाह जदों रसना दे नाल वाहिगुरू दा नाम जपिया, गुरमुखां दी संगत करदियां होइयां वो रब मिल गया, जिस रब नूं बड़े बड़े तपीशर जकीशर लभदे रहे, मिलिया नहीं। महाराज कहते संत जना मिल पाई है, संतां नूं मिल के रब मिल गया। पर किवें कि संतां कोल जाके बैठे रहे, संतां नूं मिल के नाम जपिया। संत जना मिल पाई है रसना नाम भणा। जदों रसना नाल वाहिगुरू दा नाम जपिया, भाई गुरदास जी ने संतां भगतां जिन्ने होए ने उन्हां दी ना महिमा अपनी बाणी विच लिखी भाई गुरदास जी ने। ते एक महापुरुष की वो महिमा लिखते ने भाई गुरदास जी। भगत जिहड़े हन सैन नाई जी, उन्हां दी महिमा लिखते हुए भाई गुरदास जी लिखते ने कि जिहड़े सैन जी हन ये बुतकारियां करते सन। बुतियां करना भाव जिहड़े राजे लोग जां धनाड़ लोग हुंदे सी ना, उन्हां दी मालिश करनी, उन्हां दे घर जाके काम करना, ते इस तरह के काम वो करते सन। ते ये भी उस तरह करते सन, पर इन्हां नूं बंदगी करन दी चेटक लग गई। सुन प्रताप कबीर दा दूजा सिख होआ सैन नाई। भगत कबीर साहब जी जुलाहियां विचों होए ने। जदों सैन जी ने सुनिया, इन्हां ने भी रामानंद जी नूं गुरु धारण करके बंदगी करनी शुरू कर दी। सुन प्रताप कबीर दा दूजा सिख होआ सैन नाई। कहंदे प्रेम भगत राती करे भलके राज द्वारै जाई। अधी रात नूं उठ के वाहिगुरू दा परमेश्वर दा नाम जपदे ने। सवेरे जांदे ने राजे दे कोल, जिथे नौकरी करदे सी ओहदी जिहड़ी है मालिश आदत करनी, ਉਹਨੂੰ ਉਹਦੀਆਂ ਲੱਤਾਂ ਘੁੱਟਣੀਆਂ, ਮੁੱਠੀ ਚਾਪੀ ਕਰਨੀ। ਤਾਂ ਇਹ ਰੋਜ਼ ਦਾ ਨੇਮ ਸੀ ਆਪਣਾ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸਿਮਰਨ ਕਰਨਾ, ਫਿਰ ਉੱਥੇ ਚਲੇ ਜਾਣਾ। ਭਾਈ ਗੁਰਦਾਸ ਜੀ ਲਿਖਦੇ ਨੇ ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ। ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਭਣਾ। ਸੰਤ ਆ ਗਏ ਕਿਤੇ। ਤੇ ਕੁਦਰਤੀ ਗੱਲ ਹੈ, ਤੁਸੀਂ ਵੇਖੋ ਜਿਸ ਤਰ੍ਹਾਂ ਦੇ ਬੰਦੇ ਮਿਲਣਾ ਆਪਣੇ, ਜਿਵੇਂ ਜੇ ਆਪਾਂ ਹਾਂ, ਜਦੋਂ ਆਪਾਂ ਨੂੰ ਉਸ ਤਰ੍ਹਾਂ ਦੇ ਬੰਦੇ ਮਿਲ ਜਾਣ ਤੇ ਆਪਾਂ ਹੋਰ ਸਾਰਾ ਕੁਝ ਭੁੱਲ ਜਾਂਦੇ ਹਾਂ। ਨਸ਼ਾ ਕਰਨ ਵਾਲਿਆਂ ਨੂੰ, ਅਮਲੀਆਂ ਨੂੰ ਅਮਲੀ ਮਿਲ ਜਾਣ, 5-7 ਇਕੱਠੇ ਹੋ ਕੇ ਬਹਿ, ਫਿਰ ਭੁੱਲ ਜਾਂਦੇ ਨੇ ਘਰ ਦੇ ਕੰਮ। ਘਰੋਂ ਕੰਮ ਗਏ ਸੀ,
ਅੱਗੋਂ ਯਾਰ ਦੋਸਤ ਮਿਲ ਗਏ, ਉਸ ਤਰ੍ਹਾਂ ਦੇ ਬਸ ਬੈਠ ਗਏ, ਘਰ ਦਾ ਕੰਮ ਹੀ ਭੁੱਲ ਗਏ। ਜਿਹੜੇ ਜੂਆ ਖੇਡਣ ਵਾਲੇ ਨੇ, ਤਾਸ਼ ਖੇਡਣ ਵਾਲੇ, ਕਦੀ ਵੇਖੋ ਤੁਸੀਂ, ਉਹ ਰੋਟੀ ਖਾਣੀ ਵੀ ਭੁੱਲ ਜਾਂਦੇ ਨੇ, ਕਿਉਂ ਸੰਗੀ ਸਾਥੀ ਉਸ ਤਰ੍ਹਾਂ ਦੇ ਮਿਲ ਗਏ, ਬੈਠ ਗਏ ਨਾਲ, ਬਸ ਜੂੰ ਖੇਡਣ ਲੱਗੇ, ਸ਼ਾਮ ਹੀ ਪੈ ਗਈ। ਇਹ ਬੱਚੇ ਵੀ ਕਈ ਵਾਰ ਖੇਡਦੇ ਨੇ, ਭੁੱਲ ਜਾਂਦੇ ਨੇ ਰੋਟੀ ਪਾਣੀ ਖਾਣਾ ਪੀਣਾ। ਇਹ ਸੰਗਤ ਦਾ ਅਸਰ ਹੁੰਦਾ ਹੈ। ਜਦੋਂ ਕੋਈ ਨਾਮ ਜਪੇਗਾ, ਉਹਨੂੰ ਉਸ ਤਰ੍ਹਾਂ ਦੇ ਨਾਮ ਜਪਣ ਵਾਲੇ ਗੁਰਮੁਖ ਮਿਲਣਗੇ, ਉਹ ਵੀ ਸੰਸਾਰ ਨੂੰ ਭੁੱਲ ਜਾਂਦਾ। ਫਿਰ ਸੰਤ ਆ ਗਏ, ਗੁਰਮੁਖ ਆ ਗਏ, ਬੜਾ ਚਾਅ ਚੜ੍ਹ ਗਿਆ, ਸੈਣ ਜੀ ਨੂੰ ਆਪਣੇ ਘਰ ਲੈ ਗਏ। ਅੱਜ ਮੇਰੇ ਘਰ ਵਿੱਚ ਰਾਤਰੀ ਦਾ ਰਾਤ ਰਹਿਣ ਸਬਾਈ ਕੀਰਤਨ ਕਰੋ ਜੀ। ਲੰਗਰ ਸਜ ਗਏ, ਸਾਰਾ ਕੁਝ ਹੋ ਗਿਆ, ਕੀਰਤਨ ਹੋਣ ਲੱਗ ਪਿਆ, ਬੜਾ ਰਸ ਬਣਿਆ। ਤਾਂ ਫਿਰ ਕੀ ਹੋਇਆ, ਭਾਈ ਗੁਰਦਾਸ ਜੀ ਲਿਖਦੇ ਨੇ, ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਹੁਣ ਉਹਨਾਂ ਮਹਾਂਪੁਰਸ਼ਾਂ ਨੂੰ ਛੱਡ ਨਹੀਂ ਸਕਿਆ, ਇੰਨਾ ਰਸ ਬਣਿਆ ਵੀ ਮੇਰੇ ਘਰ ਵਿੱਚ ਮਸੀਂ ਆਏ ਨੇ ਮਹਾਂਪੁਰਖ, ਉਧਰ ਨਹੀਂ ਜਾ ਸਕਿਆ। ਉਹ ਜਿਹੜਾ ਸਮਾਂ ਸੀ ਉਧਰ ਜਾਣ ਦਾ, ਉਹ ਸਮਾਂ ਲੰਘ ਗਿਆ। ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰਿਝਾਈ। ਇੱਧਰ ਵਾਹਿਗੁਰੂ ਨੇ ਵੇਖਿਆ ਵੀ ਮੇਰਾ ਭਗਤ ਇਹ ਤਾਂ ਮੇਰੇ ਸੰਤਾਂ ਦੀ ਸੇਵਾ ਵਿੱਚ ਲੱਗਾ, ਭੁੱਲ ਗਿਆ ਸਾਰਾ ਕੁਝ। ਆਪ ਰਾਜੇ ਦਾ ਰੂਪ ਧਾਰਨ, ਸੈਣ ਦਾ ਰੂਪ ਧਾਰਨ ਕਰਕੇ ਨਾ, ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰਿਝਾਈ। ਗਿਆ ਪਰਮਾਤਮਾ ਸੈਣ ਰੂਪ ਧਾਰਨ ਕਰਕੇ। ਉਸ ਰਾਜੇ ਦੇ ਕੋਈ ਨੁਕਸ ਸੀਗਾ ਲੱਕ ਦੇ ਵਿੱਚ। ਜਦੋਂ ਹੁਣ ਪਰਮਾਤਮਾ ਨੇ ਜਾ ਕੇ ਮਾਲਿਸ਼ ਕੀਤੀ ਤਾਂ ਰੋਗ ਆਪੇ ਖਤਮ ਹੋਣਾ ਸੀਗਾ। ਉਹ ਰਾਜਾ 9/9 ਹੋ ਗਿਆ, ਬੜਾ ਖੁਸ਼ ਹੋਇਆ। ਤੇ ਇਹ ਕਰਕੇ ਪਰਮਾਤਮਾ ਉੱਥੋਂ ਆ ਗਏ। ਇੱਧਰ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਜਦੋਂ ਮਹਾਂਪੁਰਸ਼ ਕਹਿੰਦੇ ਚੰਗਾ ਭਾਈ ਹੁਣ ਅਸੀਂ ਚੱਲਦੇ ਹਾਂ, ਚਲੇ ਗਏ। ਤੇ ਸੈਣ ਜੀ ਆਪਣੇ ਘਰੋਂ ਦੌੜਿਆ ਵੀ ਰਾਜਾ ਗੁੱਸੇ ਹੋਵੇਗਾ, ਨੌਕਰੀ ਤੋਂ ਵੀ ਕੱਢ ਸਕਦਾ ਹੈ। ਦੌੜਿਆ ਗਿਆ, ਜਦੋਂ ਗਿਆ ਸਾਹੋ ਸਾਹ ਹੋਇਆ ਤੇ ਰਾਜਾ ਟਹਿਲਦਾ ਪਿਆ ਹੈ। ਉਹ ਵੇਖ ਕੇ ਕਹਿਣ ਲੱਗਾ, ਸੈਣ ਜੀ ਕੀ ਗੱਲ ਹੋ ਗਈ, ਹੁਣੇ ਤੇ ਗਏ ਸੀ, ਮੁੜ ਕੇ ਫਿਰ ਆ ਗਏ ਹੋ। ਸੈਣ ਜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਗੱਲ ਹੋ ਗਈ। ਤਾਂ ਉਹ ਕਹਿੰਦੇ ਨਹੀਂ ਤੁਸੀਂ ਆਏ ਸੀ ਹੁਣੇ, ਮੈਂ ਤਾਂ 9/9 ਹੋ ਗਿਆ, ਮੇਰੇ ਜਿਹੜਾ ਸਰੀਰ ਦਾ ਕਸ਼ਟ ਸੀ, ਰੋਗ ਸੀ, ਉਹ ਦੂਰ ਹੋ ਗਿਆ, ਜਿਹਦੇ ਕਰਕੇ ਉਹ ਮਾਲਿਸ਼ ਕਰਾਉਂਦਾ ਸੀ। ਤਾਂ ਸੈਣ ਜੀ ਨੇ ਸਮਝ ਲਿਆ ਮੈਂ ਨਹੀਂ ਇੱਥੇ ਆਇਆ, ਉਹ ਮੇਰਾ ਆਪ ਰਾਮ ਆ ਗਿਆ, ਪਰਮਾਤਮਾ ਆ ਗਿਆ। ਤਾਂ ਫਿਰ ਉਸ ਦਿਨ ਤੋਂ ਇਹਨਾਂ ਨੇ ਨੌਕਰੀ ਛੱਡ ਦਿੱਤੀ ਤੇ ਪਰਮਾਤਮਾ ਦੀ ਭਗਤੀ ਕੀਤੀ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਤੋ ਮਹਾਰਾਜ ਕਹਿੰਦੇ ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਪਣਾ। ਜਦੋਂ ਰਸਨਾ ਨਾਲ ਜਪਿਆ ਵਾਹਿਗੁਰੂ ਵਾਹਿਗੁਰੂ, ਸੰਤਾਂ ਦੀ ਸੰਗਤ ਵਿੱਚ ਬੈਠ ਕੇ ਉਹ ਪਰਮਾਤਮਾ ਮਿਲ ਗਿਆ ਵਾ। ਸੰਤ ਇਹ ਨਾ ਸਮਝ ਲੈਣਾ ਵੀ ਕਿਸੇ ਬਾਣੇ ਨੂੰ ਸੰਤ ਆਖਿਆ, ਸੰਤ ਆਪ ਸੰਗਤਾਂ। ਜਿਹੜੇ ਵੀ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਕਿਸੇ ਬਾਣੇ ਵਿੱਚ ਹੋਣ, ਉਹ ਸੰਤ ਹੀ ਹੈ ਜਿਹੜਾ ਬਾਣੀ ਨਾਲ ਜੁੜਿਆ ਹੋਇਆ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੁਸੀਂ ਸੰਗਤ ਵਿੱਚ ਆ ਕੇ ਬੈਠਿਆ ਕਰੋ, ਕਿਤੇ ਹੋਰ ਨਾ ਕੋਈ ਸੰਤ ਲੱਭਣ ਲੱਗ ਜਾਣਾ ਵੀ ਭਾਈ ਸਾਹਿਬ ਨੇ ਆਖਿਆ ਸੀ ਚਲੋ ਹੁਣ ਸੰਤਾਂ ਨੂੰ ਲੱਭੀਏ ਜਾ ਕੇ। ਇੱਥੇ ਗੁਰੂ ਦੀ ਸੰਗਤ ਵਿੱਚ ਹੀ ਆ ਜਾ ਕਰੋ ਬਸ। ਤੋ ਮਹਾਰਾਜ ਫਰਮਾਨ ਕਰ ਰਹੇ ਨੇ, ਜਿਨ ਮਿਲਿਆ ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਜਿਨ੍ਹਾਂ ਨੇ ਭਾਈ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਉਹਨਾਂ ਦਾ ਦੁਨੀਆ ਤੇ ਆਇਆ ਹੋਇਆ ਗਿਣਤੀ ਵਿੱਚ ਆ ਗਿਆ। ਸਫਲ ਹੋ ਗਏ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾ ਲਿਆ। ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਉਹਨਾਂ ਗੁਰਮੁਖਾਂ ਦੀ ਕੀ ਅਵਸਥਾ ਹੈ, ਇੱਕ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਇੱਕ ਛਿਨ ਵੀ ਉਹ ਨਹੀਂ ਰਹਿ ਸਕਦੇ। ਜੇਕਰ ਐਸਾ ਕਿਤੇ ਸਮਾਂ ਆ ਜੇ ਤਾਂ ਇੱਦਾਂ ਲੱਗਦਾ ਵੀ ਸਾਡਾ ਜੀਵਨ ਹੀ ਵਿਅਰਥ ਚਲਾ ਗਿਆ। ਜਿਵੇਂ ਕਈ ਵਾਰ ਆਪਾਂ ਕੋਈ ਕੰਮ ਕਰਨ ਜਾਈਏ, ਉਹ ਨਾ ਬਣੇ ਤੇ ਆਪਾਂ ਕਹਿੰਦੇ ਅੱਜ ਸਾਰਾ ਦਿਨ ਹੀ ਬਿਰਥਾ ਚਲਾ ਗਿਆ, ਖਾਲੀ ਚਲਾ ਗਿਆ, ਅੱਜ ਸਾਰਾ ਦਿਨ ਹੀ। ਇਸੇ ਤਰ੍ਹਾਂ ਗੁਰਮੁਖ ਕਹਿੰਦੇ ਜੇ ਨਾਮ ਨਹੀਂ ਜਪਿਆ, ਜੇ ਐਸਾ ਕਾਰਨ ਬਣ ਗਿਆ, ਕਹਿੰਦੇ ਅੱਜ ਸਾਡਾ ਜੀਵਨ ਹੀ ਲੱਗਦਾ ਬਿਰਥਾ ਚਲਾ ਗਿਆ, ਇਹ ਜਨਮ ਹੀ ਬਿਰਥਾ ਚਲਾ ਗਿਆ। ਜਲ ਤਲ ਮਈਲ ਪੂਰਿਆ, ਰਵਿਆ ਵਿੱਚ ਬਣਾ, ਜਲ ਤਲ ਮਈਲ ਸਾਰੇ ਪਾਸੇ।
ਮਹੀ ਨਾਮ ਧਰਤੀ ਦਾ, ਅਲ ਨਾਮ ਆਕਾਸ਼ ਦਾ, ਭਾਵ ਸਾਰੇ ਪਾਸੇ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਵਾਹਿਗੁਰੂ ਪਰਮਾਤਮਾ ਸਾਰੀ ਬਨਸਪਤੀ ਦੇ ਵਿੱਚ ਸਾਰੇ ਪਾਸੇ ਰਮਿਆ ਹੋਇਆ ਹੈ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਵੇਖੋ ਘਰ ਵਿੱਚ ਆਪਾਂ ਨੂੰ ਕੋਈ ਚੀਜ਼ ਪਈ ਇੱਕੋ ਹੀ ਉਹ ਯਾਦ ਰਹਿੰਦੀ ਹੈ। ਵਾਹਿਗੁਰੂ ਜਿਹੜਾ ਕਣ ਕਣ ਵਿੱਚ ਵਸਿਆ ਉਹ ਭੁੱਲਿਆ ਹੋਇਆ ਹੈ। ਹੋਰ ਚੀਜ਼ਾਂ ਆਪਾਂ ਨੂੰ ਯਾਦ ਨਹੀਂ, ਪਰ ਜਿਹੜਾ ਕਣ ਕਣ ਵਿੱਚ ਵਸਿਆ ਹੋਇਆ ਹੈ ਉਹ ਬਿਲਕੁਲ ਹੀ ਭੁੱਲਿਆ ਪਿਆ ਹੈ। ਮਹਾਰਾਜ ਕਹਿੰਦੇ ਫਿਰ ਕਿੰਨਾ ਕੁ ਦੁੱਖ ਲੱਗਦਾ ਜੀਵ ਨੂੰ, ਐਸੇ ਵਾਹਿਗੁਰੂ ਨੂੰ ਵਿਸਾਰ ਕੇ ਉਹ ਦੱਸਿਆ ਨਹੀਂ ਜਾ ਸਕਦਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਜਿਵੇਂ ਇੱਕ ਬੰਦੇ ਦੇ ਕੋਲੋਂ ਧਨ ਖਤਮ ਹੋ ਜਾਵੇ, ਧਨ ਨਾ ਉਹਦੇ ਕੋਲ ਰਹੇ, ਪ੍ਰੋਪਰਟੀ ਨਾ ਰਹੇ, ਬਿਲਕੁਲ ਹੀ ਸੜਕ ਤੇ ਆ ਜਾਵੇ, ਰਹਿਣ ਵਾਲਾ ਘਰ ਵੀ ਨਹੀਂ ਰਿਹਾ, ਕਿੰਨਾ ਕੁ ਦੁੱਖ ਉਹਦੇ ਜੀਵਨ ਵਿੱਚ ਆਵੇਗਾ। ਸੜਕ ਤੇ ਧੱਕੇ ਖਾਂਦਾ ਫਿਰਦਾ ਹੈ, ਨਾ ਕੋਲ ਰੋਟੀ ਖਾਣ ਨੂੰ ਪੈਸਾ, ਨਾ ਕੱਪੜੇ ਪਾਉਣ ਨੂੰ ਪੈਸਾ ਹੈ, ਥਾਂ ਥਾਂ ਕਿੰਨਾ ਪਰੇਸ਼ਾਨ ਹੁੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਕਿੰਨਾ ਕੁ ਦੁੱਖ ਲੱਗੇਗਾ ਉਹ ਗਿਣਿਆ ਨਹੀਂ ਜਾ ਸਕਦਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਰਾਵਿਆ, ਭੋਗਿਆ, ਮਾਣਿਆ ਹੈ, ਉਹਨਾਂ ਦੇ ਭਾਗ ਮਣਾਮੁਈ ਹੋ ਜਾਂਦੇ ਨੇ। ਭਾਵ ਜਿਨ੍ਹਾਂ ਨੇ ਨਾਮ ਜਪਿਆ ਨਾ, ਉਹਨਾਂ ਦੀ ਤਾਂ ਇੱਦਾਂ ਜਿਵੇਂ ਲੈਟਰੀ ਲੱਗ ਜਾਂਦੀ, ਲੈਟਰੀ ਲੱਗਦੀ ਹੈ ਨਾ ਕਈ ਵਾਰ ਬੰਦਿਆਂ ਦੀ, ਕਰੋੜਾਂ ਦੀ ਲੱਗ ਜਾਂਦੀ ਹੈ। ਉਹ ਕਈ ਸਾਲਾਂ ਦੀ, ਕਈ ਜਨਮਾਂ ਦੀ ਗਰੀਬੀ ਧੋਤੀ ਜਾਂਦੀ ਹੈ। ਕਈ ਪੁਸ਼ਤਾਂ ਗਰੀਬ ਚਲੀਆਂ ਆ ਰਹੀਆਂ ਸੀ, ਕਿਤੇ ਅਚਾਨਕ ਧਨ ਮਿਲ ਗਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਆ ਗਿਆ, ਉਹਨਾਂ ਦੇ ਮਣਾਮੁਹੀ ਭਾਗ ਬਣ ਗਏ, ਬਖਸ਼ਿਸ਼ਾਂ ਹੋ ਗਈਆਂ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਇਸ ਕਰਕੇ ਗੁਰਮੁਖਾਂ ਦਾ ਮਨ ਲੋਚਦਾ ਹੈ। ਕਾਹਦੇ ਵਾਸਤੇ? ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਉਹਨਾਂ ਨੂੰ ਨਾਮ ਦੀ ਵੈਲਿਊ ਦਾ ਪਤਾ ਲੱਗ ਗਿਆ, ਨਾਮ ਧਨ ਦੀ ਕੀਮਤ ਦਾ ਪਤਾ ਲੱਗ ਗਿਆ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਜਿਹੜਾ ਚੇਤ ਦੇ ਮਹੀਨੇ ਦੁਆਰਾ ਮਹਾਰਾਜ ਉਪਦੇਸ਼ ਕਰਦੇ ਨੇ, ਸਾਨੂੰ ਵਾਹਿਗੁਰੂ ਨਾਲ ਮਿਲਾ ਦੇਵੇ, ਅਸੀਂ ਉਹਦੇ ਚਰਨੀ ਲੱਗੀਏ, ਭਾਵ ਸਦਕੇ ਜਾਈਏ। ਜਿਹੜਾ ਸਾਨੂੰ ਰੱਬ ਨਾਲ ਜੋੜਨ ਦੀ ਗੱਲ ਕਰਦਾ ਹੈ, ਪਰਮਾਤਮਾ ਨਾਲ ਜੋੜਨ ਦੀ ਗੱਲ ਕਰਦਾ ਹੈ, ਸਦਕੇ ਜਾਈਏ। ਕੋਈ ਜਨ ਹਰਸੋਂ ਦੇਵੈ ਜੋਰ, ਚਰਨ ਗਹੋਂ ਬਕੋਂ ਸੁਬਰਸਨਾ ਦੀਜੈ ਪ੍ਰਾਨ। ਅਕੋਰ ਸਤਿਗੁਰੂ ਜੀ ਮਹਿਰਾਮਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਸੋ ਗੁਰਮੁਖੋ, ਜਿਵੇਂ ਆਪਾਂ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਹਾਂ ਜਾਂ ਆਪਾਂ ਵੀ ਕੀਤੀ ਆ, ਉਹ ਕਾਹਦੇ ਵਾਸਤੇ? ਆਪਣੇ ਲਾਭ ਵਾਸਤੇ। ਅਤੇ ਜਿੰਨੀ ਕਿਸੇ ਨੇ ਪੜ੍ਹਾਈ ਕੀਤੀ ਉਹਨਾਂ ਲਾਭ ਉਹਨੂੰ ਮਿਲਿਆ ਵੀ ਹੈ, ਮਿਲਦਾ ਹੈ ਜੀਵਨ ਦੇ ਵਿੱਚ। ਇਸੇ ਤਰ੍ਹਾਂ ਜਿੰਨਾ ਕੋਈ ਬਾਣੀ ਪੜ੍ਹੇਗਾ, ਨਾਮ ਜਪੇਗਾ, ਓਨਾ ਜ਼ਿਆਦਾ ਉਹਨੂੰ ਆਤਮਿਕ ਤੌਰ 'ਤੇ, ਰੂਹਾਨੀ ਤੌਰ 'ਤੇ, ਸੰਸਾਰਕ ਤੌਰ 'ਤੇ ਵੀ ਲਾਭ ਹੋਵੇਗਾ। ਸੋ ਵੱਧ ਤੋਂ ਵੱਧ ਬਾਣੀ ਪੜ੍ਹ ਕੇ, ਨਾਮ ਜਪ ਕੇ ਗੁਰੂ ਦੀਆਂ ਖੁਸ਼ੀਆਂ ਲਈਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਅੱਜ ਨਾਨਕ ਸ਼ਾਹੀ ਨਵਾਂ ਸਾਲ 554ਵਾਂ ਸ਼ੁਰੂ ਹੋਇਆ ਹੈ। ਆਪ ਜੀ ਨੂੰ ਨਾਨਕ ਸ਼ਾਹੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਮਹਿਰਾਮਤ ਕਰਨ। ਇਹ ਨਵਾਂ ਸਾਲ, ਆਉਣ ਵਾਲਾ ਸਮਾਂ ਆਪ ਸੰਗਤਾਂ ਵਾਸਤੇ, ਸੰਸਾਰ ਵਾਸਤੇ ਖੁਸ਼ੀਆਂ ਭਰਿਆ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।